ਦੀ ਭਾਈ ਅਕਾਲੀ ਦਲ ਨੂੰ ਇਸ ਪੂਰੇ ਮਾਮਲੇ 'ਚ ਕੀ ਨਜ਼ਰ ਆ ਰਿਹਾ ਹੈ? ਬਿਕਰਮ ਮਜੀਠੀਆ ਨੂੰ ਵੀ ਅਸੀਂ ਸੁਣਿਆ, ਕਹਿੰਦੇ ਕਾਂਗਰਸ ਨੇ ਪਿਰਤ ਪਾਈ ਸੀ, ਅੱਜ ਘੁੰਮ ਕੇ ਗੱਲ ਉੱਥੇ ਆ ਕੇ ਖੜੀ ਹੈ ਕਿ ਕਾਂਗਰਸ ਦੇ ਨਾਲ ਅਕਾਲੀ ਦਲ ਖੜਾ ਜਾਂ ਬਿਕਰਮ ਮਜੀਠੀਆ ਤੱਕ ਉਹ ਸਟੇਟਮੈਂਟ ਸੀਮਿਤ ਹੈ? ਦੇਖੋ ਅਸੀਂ ਖੜੇ ਤਾਂ ਕਿਸੇ ਨਾਲ ਨਹੀਂ, ਪਰ ਮੋਟੇ ਤੌਰ ਤੇ ਲੱਗ ਰਿਹਾ ਹੈ ਕਿ ਬਦਲਾਖੋਰੀ ਦੀ ਭਾਵਨਾ ਨਾਲ ਹੀ ਇਹ ਗ੍ਰਿਫਤਾਰੀ ਹੋਈ ਹੈ, ਕਿਉਂਕਿ ਆਪਾਂ ਨੂੰ ਪਤਾ ਕਿ ਸੁਖਪਾਲ ਸਿੰਘ ਖਹਿਰਾ ਬੇਬਾਕ ਬੋਲਦਾ ਹੈ, ਆਪਦਾ ਵਿਚਾਰ ਰੱਖਦਾ, ਖੁੱਲ ਕੇ ਰੱਖਦਾ, ਕਿਸੇ ਨੂੰ ਮਾੜਾ ਲੱਗੇ ਚੰਗਾ ਲੱਗੇ। ਤੁਹਾਡੇ ਖਿਲਾਫ ਵੀ ਬਹੁਤ ਬੋਲਦੇ ਆ। ਹਾਂ, ਸਾਡੇ ਖਿਲਾਫ ਵੀ ਬੋਲਦਾ, ਉਹ ਬੋਲਦਾ, ਉਹਨਾਂ ਦੀ ਆਪਦੀ ਇੱਕ ਸ਼ੈਲੀ ਹੈ, ਉਹ ਆਪਦੀ ਪਾਰਟੀ ਤੋਂ ਵੀ ਕਈ ਵਾਰੀ ਅੱਡ ਲਾਈਨ ਲੈ ਜਾਂਦੇ, ਉੱਥੇ ਵੀ ਗੱਲ ਕਰਾਂਗੇ। ਸੋ ਉਹ ਬੋਲਦੇ ਆ। ਔਰ ਪਿਛਲੇ ਦਿਨਾਂ 'ਚ ਮੈਂ ਜੋ ਸਮਝਦਾ ਕਿ ਕੀ ਕਾਰਨ ਹੋਇਆ ਕਿ ਹੁਣ ਹੀ ਕਿਉਂ ਇਹ ਗ੍ਰਿਫਤਾਰੀ ਹੋਈ, ਪਿਛਲੇ ਦਿਨਾਂ 'ਚ ਇਹਨਾਂ ਦੇ ਬਹੁਤ ਵੱਡੇ ਲੀਡਰ ਜਿਹੜੇ ਕਹਿੰਦੇ ਪੰਜਾਬ ਦੇ ਇੰਚਾਰਜ ਵੀ ਹੈ, MP ਵੀ ਹੈ, ਉਹਨਾਂ ਨੇ ਵਧਾਈ ਵੀ ਦਿੱਤੀ, ਰਾਘਵ ਚੱਡਾ ਜੀ ਨੂੰ ਉਹਨਾਂ ਦੇ ਵਿਆਹ ਦੀ, ਨਾਲ ਕੁਝ ਸਵਾਲ ਵੀ ਉਠਾਏ ਕਿ ਉਹਨਾਂ ਦੀ ਜਿਹੜੀ ITR ਰਿਟਰਨ ਹੈ ਉਹਦੇ 'ਚ ਕੋਈ 2.5 ਲੱਖ ਰੁਪਏ ਦੀ ਰਿਟਰਨ ਹੈ ਤੇ 10 ਲੱਖ ਦਾ ਕਮਰੇ ਦੀ ਗੱਲ ਕੀਤੀ, ਨਾਲ ਉਹਨਾਂ ਨੇ ਇੰਨੇ ਖਰਚੇ ਦੀ ਗੱਲ ਕੀਤੀ, ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਪੁਲਿਸ ਕਿਵੇਂ, ਉਹ ਸਾਰਿਆਂ ਨੇ ਕਿਹਾ ਕਿ ਪੰਜਾਬ ਪੁਲਿਸ ਕਿਵੇਂ 850 ਕਿਲੋਮੀਟਰ ਦੂਰ ਉਦੈਪੁਰ ਜਾ ਰਹੀ ਹੈ ਇਹਨਾਂ ਗੈਸਟਾਂ ਦੀ ਸਿਕਿਉਰਿਟੀ ਲਈ ਜਾਂ ਹੋਰ ਸ਼ੋਸ਼ੇਬਾਜ਼ੀ ਲਈ। ਇਹ ਵੀ ਸਾਰੀਆਂ ਗੱਲਾਂ ਕੀਤੀਆਂ। ਹੋ ਸਕਦਾ ਹੈ ਕਿਉਂਕਿ ਵੱਡੇ ਲੀਡਰ ਹੈ, ਦਿੱਲੀ ਬੈਠੇ, ਉੱਥੋਂ ਇੱਕ ਇਸ਼ਾਰੇ ਦੀ ਗੱਲ ਹੈ ਕਿ ਬਹੁਤ ਬੋਲਦਾ, ਇਹਦੀ ਮੂੰਹ ਬੰਦ ਕਰੋ, ਸਾਨੂੰ ਚੰਗਾ ਨਹੀਂ ਲੱਗਦਾ। ਹੋ ਸਕਦਾ ਤੁਹਾਡੀ ਸਪੋਰਟ ਨਜ਼ਰ ਆ ਰਹੀ ਹੈ ਸੁਖਪਾਲ ਖਹਿਰਾ? ਨਹੀਂ, ਸਪੋਰਟ ਸਾਡੀ ਕੋਈ ਨਹੀਂ, ਸਪੋਰਟ ਨਹੀਂ, ਪਰ ਇੱਕ ਦੇਖੋ ਆਪਾਂ ਇੱਕ ਐਨਾਲਿਸਿਸ ਵੀ ਕਰਦੇ ਆ। ਇਹ ਨਹੀਂ ਗੱਲ ਕਿ ਬਿਲਕੁਲ ਆਪਾਂ ਕੋਈ ਹੁਣ ਉਹ ਤਰ੍ਹਾਂ ਲੈ ਲਾਂਗੇ। ਬਿਲਕੁਲ ਬਦਲਾਖੋਰੀ ਦੀ ਭਾਵਨਾ ਇਹਦੇ 'ਚ ਨਜ਼ਰ ਆ ਰਹੀ ਹੈ। ਇਹ ਆਪਾਂ ਇਸ ਕੇਸ ਦੇ ਵਿੱਚ ਨਹੀਂ, ਹੋਰ ਵੀ ਕੇਸਾਂ 'ਚ ਵੇਖਿਆ ਕਿ ਭਗਵੰਤ ਮਾਨ ਇਸ ਚੀਜ਼ ਦਾ ਦਿਲੋਂ ਰੱਖਦਾ ਹੈ, ਉਹ ਜਿਹੜੀ ਹੈ ਨਾ ਇੱਕ ਕਿਹੜੇ ਰੱਖਦਾ ਹੈ। ਮਨਪ੍ਰੀਤ ਬਾਦਲ ਵਾਲਾ ਵੀ ਕੇਸ ਹੈ। ਮੈਂ ਨਹੀਂ ਕਹਿੰਦਾ ਕਿ ਲੀਡਰਾਂ ਨੇ ਕਰਪਸ਼ਨ ਕੀਤੀ ਹੈ, ਕਾਂਗਰਸ ਵਾਲੇ ਬਹੁਤ ਲੁੱਟਿਆ ਪੰਜਾਬ ਨੂੰ, ਮੈਂ ਨਹੀਂ ਕਹਿੰਦਾ, ਜਿੰਨੇ ਵੀ ਲੀਡਰ ਗਏ ਆ ਉਹਨਾਂ ਦੀ ਪਰਸੈਪਸ਼ਨ ਤਾਂ ਬਣੀ ਹੋਈ ਹੈ। ਉਸ ਤੋਂ ਵੀ ਅਗਲਾ ਇੱਕ ਸਟੈਪ ਹੈ ਨਾ, ਕਿਉਂਕਿ ਇਹ ਡਰਗ ਪੈਡਲਿੰਗ ਦੇ ਨਾਲ, ਤਸਕਰੀ ਦੇ ਨਾਲ ਜੁੜਿਆ ਕੇਸ ਹੈ। ਦੇਖੋ ਇੰਨਾ ਪੁਰਾਣਾ ਕੇਸ ਹੈ, ਸੁਪਰੀਮ ਕੋਰਟ ਤੱਕ ਜਦੋਂ ਬੇਲਾਂ ਮਿਲ ਜਾਣ ਉਸ ਤੋਂ ਬਾਅਦ ਉਹਨੂੰ ਖੋਲ ਕੇ ਕਰਨਾ। ਔਰ ਸਿੱਟ ਜੇ ਬਣਾਈ ਹੈ, ਸਿੱਟ ਐਡੇ ਲੀਡਰ ਨੂੰ ਬੁਲਾ ਵੀ ਸਕਦੀ ਹੈ, ਹੋਰ ਵੀ ਸਿੱਟਾਂ ਬਣੀਆਂ ਬੜੇ ਕੇਸਾਂ ਦੇ ਵਿੱਚ। ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਵੀ ਬੁਲਾਇਆ ਉਹਨਾਂ ਨੇ, ਸੁਖਬੀਰ ਸਿੰਘ ਬਾਦਲ ਨੂੰ ਵੀ ਬੁਲਾਇਆ, ਹੋਰ ਵੀ ਇਹਨੂੰ ਬੁਲਾਉਂਦਾ, ਉਹਨਾਂ ਦਾ ਪੁੱਛੋ, ਫਿਰ ਕੁਝ ਕਰੋ। ਔਰ ਸਵੇਰੇ 6-6:30 ਵਜੇ ਪਰਿਵਾਰ ਦੇ ਵਿੱਚੋਂ ਬੰਦੇ ਨੂੰ ਚੱਕਣਾ, ਇਹ ਸਾਰੀਆਂ ਗੱਲਾਂ ਇਸ ਤਰ੍ਹਾਂ ਕਿ ਇਹ ਬਦਲਾਖੋਰੀ ਦੀ ਹੈ, ਉਹਦਾ ਮੂੰਹ ਬੰਦ ਕਰਾਉਣ ਦੀ ਗੱਲ ਹੈ। ਪਰ ਮੈਂ ਨਹੀਂ ਸਮਝਦਾ ਸੁਖਪਾਲ ਸਿੰਘ ਖਹਿਰਾ ਆਪਦਾ ਮੂੰਹ ਬੰਦ ਕਰੇਗਾ, ਉਹ ਆਪਦੀ ਗੱਲ ਰੱਖਦਾ ਰਹੂਗਾ। ਇਹ ਮੈਂ ਸਮਝਦਾ। ਠੀਕ ਹੈ ਜੈਬਾਨ ਜੀ, ਤਾਂ ਮੈਂ ਇੱਕ ਵਾਰ ਰੁਕ ਕਰਦਾ। ਸਾਡੇ ਨਾਲ BJP ਤੋਂ ਜੁੜੇ ਹੋਏ ਨੇ ਜੈਬਾਨ ਜੀ, ਕਿ BJP ਨੂੰ ਵੀ ਇਸ ਦੇ ਵਿੱਚ ਕੋਈ ਬਦਲਾਖੋਰੀ ਨਜ਼ਰ ਆ ਰਹੀ ਹੈ ਜਾਂ ਕੋਈ ਵੱਖਰਾ ਐਂਗਲ ਤੁਸੀਂ ਇਸ ਪੂਰੇ ਕੇਸ ਦੇ ਵਿੱਚ ਦੇਖ ਰਹੇ ਹੋ? ਇਨਫੈਕਟ ਮੈਂ ਸੁਨੀਲ ਜਾਖੜ ਜੀ ਦੀ ਸਟੇਟਮੈਂਟ ਅਸੀਂ ਪਹਿਲਾਂ ਸੁਣਾਈ ਵੀ ਹੈ, ਤੁਹਾਡੇ ਪੰਜਾਬ ਪ੍ਰਧਾਨ ਨੇ, ਉਹਨਾਂ ਨੂੰ ਕੁਝ ਵੱਖਰਾ ਨਜ਼ਰ ਆ ਰਿਹਾ ਹੈ ਇਸ ਪੂਰੇ ਕੇਸ ਦੇ ਵਿੱਚ। ਹਾਲਾਂਕਿ ਉਹ ਬੇਸ਼ੱਕ ਸਰਕਾਰ ਵਾਲੇ ਪਾਸੇ ਉਹਨਾਂ ਨੂੰ ਸਪੋਰਟ ਤਾਂ ਕੋਈ ਨਹੀਂ ਕਰ ਰਹੇ, ਪਰ ਦੂਜੇ ਪਾਸੇ ਕਾਂਗਰਸ ਨੂੰ ਵੀ ਨਿਸ਼ਾਨੇ ਤੇ ਜ਼ਰੂਰ ਲੈ ਰਹੇ ਨੇ। ਹਾਂਜੀ, ਥੈਂਕ ਯੂ ਗੌਰਵ ਜੀ। ਆਵਾਜ਼ ਆ ਰਹੀ ਹੈ? ਜੀ ਬਿਲਕੁਲ ਸਰ, ਤੁਹਾਡੀ ਆਵਾਜ਼ ਆ ਰਹੀ ਹੈ। ਓਕੇ, ਗੁੱਡ। ਅੱਜ ਥੋੜੀ ਆਵਾਜ਼ ਠੀਕ ਹੈ। ਦੇਖੋ ਗੌਰਵ ਜੀ, ਮੈਂ 2 ਦਿਨਾਂ ਦੇ ਵਿੱਚ ਮੇਰਾ ਖਿਆਲ ਕੋਈ 6ਵੀਂ ਜਾਂ 7ਵੀਂ ਡਿਬੇਟ ਤੇ ਬੈਠਿਆ ਜੀ, ਤੇ ਮੈਂ ਹਰ ਡਿਬੇਟ ਦੇ ਵਿੱਚ ਮੈਂ ਕੋਸ਼ਿਸ਼ ਕਰਨਾ ਕਿ ਅਸੀਂ ਆਪਣੇ ਆਪ ਨੂੰ ਫੋਕਸਡ ਰੱਖੀਏ ਪ੍ਰਾਈਮ ਗੱਲ ਦੇ ਉੱਤੇ, ਜੋ ਹੈ ਡਰੱਗਸ। ਠੀਕ ਹੈ, ਪਰ ਅੱਜ ਮੈਨੂੰ ਬੜੀ ਖੁਸ਼ੀ ਹੋਈ ਸੀ ਜਿੱਦਾਂ ਤੁਸੀਂ ਡਿਬੇਟ ਸ਼ੁਰੂ ਕੀਤੀ ਸੀਗੀ, ਇਹ ਕਹਿ ਕੇ ਮੈਂ ਸੋਚਿਆ ਕਿ ਅੱਜ ਦੀ ਡਿਬੇਟ ਜਿਹੜੀ ਉਹ ਡਰੱਗਸ ਦੇ ਉੱਤੇ ਹੋਏਗੀ, ਪਰ ਉਹਨੇ ਵੀ ਉਹ ਦੂਸਰਾ ਪਾਸਾ ਹੀ ਲੈ ਲਿਆ, ਪੋਲਿਟਿਕਸ ਦਾ ਪਾਸਾ ਲੈ ਲਿਆ ਜੀ। ਤੇ ਅੱਜ ਮੈਂ ਦੇਖਿਆ ਹੁਣ 23 ਮਿੰਟ ਹੋ ਗਏ ਤੁਹਾਡੀ ਡਿਬੇਟ ਦੇ ਵਿੱਚ, ਇੱਥੇ ਤੇ ਖੁੱਲ ਗਿਆ ਸੀਗਾ ਤੁਹਾਡੇ ਇੱਥੇ। ਇੱਕ ਪਾਸੇ ਪ੍ਰੋਸੀਕਿਊਟਰ ਬੈਠੇ ਸੰਗੇਰਾ ਸਾਹਿਬ, ਪਹਿਲੇ ਡਿਫੈਂਡੈਂਟ ਖੜਿਆਲ ਸਾਹਿਬ ਨੇ ਬੋਲਿਆ, ਫਿਰ ਸੰਗੇਰਾ ਸਾਹਿਬ ਨੇ ਬੋਲਿਆ ਐਜ਼ ਅ ਪ੍ਰੋਸੀਕਿਊਟਰ, ਤੇ 20-25 ਮਿੰਟ ਉਹਨਾਂ ਨੇ ਲੈ ਲਏ। ਤੇ ਗੌਰਵ ਜੀ, ਇਹ ਕੇਸ ਹੈਗਾ ਸਬ ਜੁਡਿਸ। ਮੇਰੇ ਹਿਸਾਬ ਦੇ ਨਾਲ ਸੁਖਪਾਲ ਖਹਿਰਾ ਇਜ਼ ਜਸਟ one of the many people who has been caught by the police and produced before the court. ਕੋਰਟ ਨੇ 2 ਦਿਨ ਦੀ ਰਿਮਾਂਡ ਦੇ ਦਿੱਤੀ ਹੈ ਤੇ ਇਹ ਡਰੱਗਸ ਦਾ ਕੇਸ ਚੱਲ ਰਿਹਾ ਹੈ। ਤੇ ਮੇਰੇ ਹਿਸਾਬ ਦੇ ਨਾਲ ਜੋ ਸਾਡੀ BJP ਦੀ ਪਾਲਿਸੀ ਹੈ, ਜ਼ੀਰੋ ਟੋਲਰੈਂਸ ਫॉर ਕ੍ਰਿਮੀਨੈਲਿਟੀ, ਜ਼ੀਰੋ ਟੋਲਰੈਂਸ ਫॉर ਡਰੱਗਸ, ਮੇਰੇ ਹਿਸਾਬ ਦੇ ਨਾਲ ਇਸ ਕੇਸ ਨੂੰ ਆਪਣੀ ਲੌਜੀਕਲ ਕੰਕਲੂਜਨ ਦੇ ਵੱਲ ਜਾਣ ਦੇਣਾ ਚਾਹੀਦਾ ਹੈ। ਮੈਂ ਨਹੀਂ ਸਮਝਦਾ ਵਾਂ ਕਿ ਕੋਈ ਵੀ ਪੋਲੀਟੀਕਲ ਪਾਰਟੀ ਪੂਰੀ ਦੀ ਪੂਰੀ ਪੁਲਿਸ ਫੋਰਸ ਨੂੰ ਵੀ ਖਰੀਦ ਸਕਦੀ ਹੈ, ਸਾਰੇ ਜੱਜਿਸ ਨੂੰ। ਅਗਰ ਖਹਿਰਾ ਸਾਹਿਬ ਨੂੰ ਉੱਥੇ 2 ਦਿਨ ਦੀ ਪੁਲਿਸ ਰਿਮਾਂਡ ਦਿੱਤੀ ਹੈ, ਕੁਛ ਨਾ ਕੁਛ ਤੇ ਇਹਦੇ ਵਿੱਚ ਹੋਏਗਾ। ਪਰ ਇਹਦੇ ਇਲਾਵਾ ਮੇਰੇ ਹੋਰ ਵੀ 3-4 ਪੁਆਇੰਟ ਹੈਗੇ ਨੇ ਜਿਹੜੇ ਬਹੁਤ ਜ਼ਰੂਰੀ ਨੇ। ਇੱਕ ਸਭ ਤੋਂ ਇੰਪੋਰਟੈਂਟ ਪੁਆਇੰਟ ਗੌਰਵ ਜੀ ਮੈਂ ਤੁਹਾਡੇ ਇੱਥੋਂ ਕਹਿਣਾ ਚਾਹੁੰਦਾ ਕਿ ਜੋ ਖੜਿਆਲ ਸਾਹਿਬ ਕਹਿ ਰਹੇ ਸੀ, ਮੈਂ ਵਕੀਲ ਤੇ ਨਹੀਂ ਆ, ਪਰ ਅਗਰ ਜੋ ਕਹਿ ਰਹੇ ਸੀ ਉਹ ਸੱਚ ਹੈ ਤੇ ਸੁਖਪਾਲ ਖਹਿਰਾ ਦੇ ਅਗੇਂਸਟ ਕੋਈ ਕੇਸ ਨਹੀਂ ਹੈ,
ਤੇ ਮੈਂ ਇਹ ਸੋਚਣਾ ਕਿ ਆਮ ਆਦਮੀ ਪਾਰਟੀ ਨੇ ਬਹੁਤ ਵੱਡੀ ਇਨਜਸਟਿਸ ਕਰ ਦਿੱਤੀ ਹੈ ਇਸ ਤਰੀਕੇ ਦੇ ਨਾਲ ਕੁਝ ਕਰਕੇ ਪੂਰੇ ਪੰਜਾਬ ਦੇ ਲੋਕਾਂ ਦੇ ਨਾਲ, ਕਿਉਂਕਿ ਆਮ ਆਦਮੀ ਪਾਰਟੀ ਡਰੱਗਸ ਦੇ ਮਾਮਲੇ ਵਿੱਚ ਬੇਸ਼ੱਕ ਨਾ ਸੀਰੀਅਸ ਹੋਏ, ਪੰਜਾਬ ਦੇ ਲੋਕ ਡਰੱਗਸ ਦੇ ਵਾਸਤੇ ਬਹੁਤ ਸੀਰੀਅਸ ਨੇ। ਤੇ ਇਸ ਤਰੀਕੇ ਨਾਲ ਇੱਕ ਪਰਸਨਲ ਵੈਂਡੇਟਾ ਅਗਰ ਹੋਏ ਤੇ ਮੈਨੂੰ ਪਤਾ ਨਹੀਂ, ਆਈ ਐਮ ਨਾਟ ਕੰਸਰਨ, ਅਗਰ ਇਹ ਪਰਸਨਲ ਵੈਂਡੇਟਾ ਨਿਕਲ ਗਿਆ ਤੇ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਕਦੀ ਵੀ ਇਸ ਗੱਲ ਦੇ ਵਾਸਤੇ ਮਾਫ ਕਰਨਗੇ। ਇਹ ਇੱਕ ਸੈਕਰੀਲੇਜ ਦੇ ਵਰਗਾ ਹੀ ਕੇਸ ਹੋ ਜਾਏਗਾ ਜਿਹਦੇ ਵਿੱਚ ਤੁਸੀਂ ਲੋਕਾਂ ਦੀਆਂ ਭਾਵਨਾ ਦੇ ਨਾਲ ਖੇਡ ਰਹੇ ਹੋ, ਤੁਸੀਂ ਇਹ ਡਰੱਗਸ ਦੇ ਇੰਪੋਰਟੈਂਟ ਇਸ਼ੂ ਦੇ ਉੱਤੇ ਪੋਲਿਟਿਕਸ ਕਰ ਰਹੇ ਹੋ ਜੀ। ਹੁਣ ਤੁਸੀਂ ਕਾਫੀ ਟਾਈਮ ਲੋਕਾਂ ਨੂੰ ਦਿੱਤਾ ਸੀਗਾ ਤੇ ਮੇਰੇ ਤੇ 2-3 ਬੜੇ ਨਾਰਮਲ ਜਿਹੇ ਸਵਾਲ ਨੇ ਕਿ ਇਹ ਡਿਲੇ ਕਿਉਂ ਕੀਤਾ। ਦੂਸਰੀ ਗੱਲ, ਇਹ ਸੁਖਪਾਲ ਖਹਿਰਾ ਦੇ ਉੱਤੇ ਉਦੋਂ ਵੀ ਕੇਸ ਚੱਲ ਰਿਹਾ ਸੀਗਾ ਜਦੋਂ ਉਹ ਆਮ ਆਦਮੀ ਪਾਰਟੀ ਦੇ ਵਿੱਚ ਇੰਡਕਟ ਹੋਇਆ ਸੀਗਾ, ਇਹਨਾਂ ਨੇ ਕ੍ਰਿਮੀਨਲ ਨੂੰ ਇੰਡਕਟ ਕਿਉਂ ਕੀਤਾ। ਇਹ ਦੂਸਰੀ ਗੱਲ ਹੈ ਕਿ ਇਸ ਵੇਲੇ ਇਹਨਾਂ ਦੇ 92 ਬੰਦਿਆਂ ਦੇ ਵਿੱਚੋਂ 50+ ਬੰਦੇ ਐਸੇ ਨੇ ਜਿਨ੍ਹਾਂ ਦੇ ਅਗੇਂਸਟ ਕ੍ਰਿਮੀਨਲ ਕੇਸਿਸ ਦੇ, ਤੇ ਫਿਰ ਇਹ ਕੱਟੜ ਇਮਾਨਦਾਰ ਕਿੱਦਾਂ ਹੋਏ। ਤੇ ਦੂਸਰੀ ਹੁਣ ਜਿਹੜੀ ਗੱਲ ਅੱਜ ਖੜੀ ਹੁੰਦੀ ਹੈ ਪੋਲੀਟੀਕਲੀ, ਉਹ ਇਹ ਹੈ ਕਿ ਇਹ ਕੱਟੜ ਇਮਾਨਦਾਰ ਪਾਰਟੀ ਐਸੀ ਕਿਸੇ ਗਵਰਨਮੈਂਟ ਦੇ ਨਾਲ, ਐਸੀ ਕਿਸੇ ਪਾਰਟੀ ਦੇ ਨਾਲ ਗਠਬੰਧਨ ਕਰੇਗੀ, ਉਹ ਜਿਹੜਾ ਅਨਹੋਲੀ ਇੰਡੀ ਹੈ ਗਠਬੰਧਨ ਹੈ ਜਿਹਦੇ ਵਿੱਚ ਕੀ ਨੋਨ ਕਰਪਟ ਐਲੀਮੈਂਟਸ ਬੈਠੇ ਹੋਏ ਨੇ ਤੇ ਜਿਨ੍ਹਾਂ ਦੀ ਕਰਪਸ਼ਨ ਦੇ ਬਾਰੇ ਆਮ ਆਦਮੀ ਪਾਰਟੀ ਦੇ ਚੀਫ ਮਿਨਿਸਟਰ ਸਵੇਰੇ ਸ਼ਾਮ ਦੁਪਹਿਰ ਬੋਲਦੇ ਰਹੇ। ਉਹਨਾਂ ਦੇ ਅੰਸ਼ੂ ਨੂੰ ਫੜਿਆ, ਕੁਝ ਨਹੀਂ ਕਰ ਸਕੇ, ਕੋਟ ਨੂੰ ਫੜਿਆ, ਹੁਣ ਖੇਰਾ ਨੂੰ ਫੜ ਲਿਆ, ਅਸੀਂ ਕਰਪਸ਼ਨ ਦੇ ਖਿਲਾਫ ਲੜ ਰਹੇ ਹਾਂ। ਤੇ ਵੀ ਤੁਸੀਂ ਅਗਰ ਕਰਪਸ਼ਨ ਦੇ ਨਾਲ ਖਿਲਾਫ ਲੜ ਰਹੇ ਹੋ ਤੇ ਫਿਰ ਤੁਸੀਂ ਉਸ ਪਾਰਟੀ ਦੇ ਨਾਲ ਗਠਬੰਧਨ ਕਿਉਂ ਕਰ ਰਹੇ ਹੋ। ਸੋ ਬੇਸਿਕਲੀ ਗੱਲ ਇਹ ਹੋ ਜਾਂਦੀ ਹੈ ਗੌਰਵ ਜੀ ਕਿ ਇਹ ਇੱਕ ਆਈਡੀਓਲੋਜੀਕਲੀ ਵੀਕ ਪਾਰਟੀ ਹੈ, ਇਹ ਓਪਰਚੁਨਿਸਟ ਹੈ, ਮੌਕਾ ਪ੍ਰਸਤ ਹੈ। ਇਹਨਾਂ ਨੂੰ ਇਹ ਪਤਾ ਨਹੀਂ ਕੀ ਕਰਨਾ ਹੈ। ਇਹਨਾਂ ਦੀ ਜਿਹੜੀ ਅੰਬੀਸ਼ਨ ਹੈ ਨਾ, ਉਸ ਅੰਬੀਸ਼ਨ ਨੇ ਇਹਨਾਂ ਨੂੰ ਬਲਾਈਂਡ ਕੀਤਾ ਹੋਇਆ ਹੈ। ਇਹ ਕਹਿੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ। ਤੁਸੀਂ ਬੜੇ ਸਟਰੋਂਗ ਵਰਡ ਯੂਜ਼ ਕੀਤੇ ਨੇ, ਕਾਂਗਰਸ ਸਪੈਸੀਫਿਕ ਕਰ ਦਿਓ, ਕਾਂਗਰਸ ਲਈ ਹੈ ਜਾਂ ਆਮ ਆਦਮੀ ਪਾਰਟੀ ਦੇ ਲਈ ਨੇ? ਦੋਨਾਂ ਲਈ ਹੈ ਜੀ, ਇਲੈਕਸ਼ਨ ਆ ਰਹੀ ਹੈ ਨਾ। ਨਹੀਂ ਠੀਕ ਹੈ, ਹੋਰ ਸਪੈਸੀਫਿਕ ਜੈਬਾਂ ਜੀ ਆਵਾਜ਼ ਆ ਰਹੀ ਹੋਏਗੀ ਮੇਰੀ? ਹਾਂਜੀ ਆ ਰਹੀ ਹੈ ਜੀ ਬਿਲਕੁਲ। ਤੁਸੀਂ ਮੈਂ ਕਿਹਾ ਬੜੇ ਸਟਰੋਂਗ ਵਰਡ ਯੂਜ਼ ਕੀਤੇ ਨੇ ਪੋਲੀਟੀਕਲ ਪਾਰਟੀ ਦੇ ਲਈ। ਇਹ ਆਮ ਆਦਮੀ ਪਾਰਟੀ ਲਈ ਹੈ ਜਾਂ ਕਾਂਗਰਸ ਲਈ ਹੈ? ਕਿਉਂਕਿ ਗਠਜੋੜ ਦੇ ਵਿੱਚ ਤਾਂ ਦੋਵੇਂ ਨੇ ਜੀ। ਤੇ ਜੋ ਮੈਂ ਵਰਡਸ ਕਹੇ ਨੇ ਉਹਨਾਂ ਦੇ ਉੱਤੇ ਮੈਂ ਪੂਰਾ ਸਟੈਂਡ ਕਰਨਾ ਗੌਰਵ ਜੀ। ਅਗਰ ਇਹ ਉਹਨਾਂ ਰਿਫਿਊਟ ਕਰ ਸਕਦੇ ਨੇ ਕਿਸੇ ਵੀ ਫੋਰਮ ਦੇ ਵਿੱਚ ਤੇ ਜ਼ਰੂਰ ਕਰਨ। ਆਈ ਵਿਲ ਬੀ ਵੈਰੀ ਗਲੈਡ ਟੂ ਹੀਅਰ them। ਠੀਕ ਹੈ ਸਰ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਮੈਂ ਰਿਕੁਐਸਟ ਕਰਾਂਗਾ ਸਾਰਿਆਂ ਨੂੰ ਆਪਣੇ ਆਪਣੇ ਟਾਈਮ 'ਚ ਜ਼ਰੂਰ ਗੱਲ ਰੱਖਦੇ ਰਹੋ, ਥੋੜਾ ਜਿਹਾ ਜਵਾਬ ਛੋਟਾ ਰੱਖਿਓ। ਖੜਿਆਲ ਸਾਹਿਬ ਪਹਿਲਾਂ ਤੁਸੀਂ। ਗੌਰਵ ਜੀ, ਤੁਸੀਂ ਇੱਕ ਚੀਜ਼ ਦੇਖੀ ਹੈ ਕਿ ਪੰਜਾਬ ਦੇ ਵਿੱਚ ਗੈਂਗਸਟਰਾਂ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ, ਅਸਲ ਮੁਲਜ਼ਮਾਂ ਖਿਲਾਫ ਕੋਈ ਐਕਸ਼ਨ ਨਹੀਂ ਹੋ ਰਿਹਾ, ਸਿੱਧੂ ਮੂਸੇਵਾਲੇ ਦੇ ਕੇਸ ਦੇ ਵਿੱਚ ਸਾਰੇ ਮੁਲਜ਼ਮ ਅਰੈਸਟ ਨਹੀਂ ਹੋ ਰਹੇ। ਸਾਰਾ ਜ਼ੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪੋਜੀਸ਼ਨ ਦੇ ਉੱਤੇ ਲਾ ਰੱਖਿਆ ਵੀ ਪੋਲੀਟੀਕਲ ਵੈਂਡੇਟਾ ਕਰ ਲਈ ਅਸੀਂ। ਦੂਜੀ ਗੱਲ, ਮੈਂ ਇਹਨਾਂ ਨੂੰ ਪੁੱਛੂੰਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਉਂ ਲੱਗਦਾ ਹੈ ਵੀ ਵੈਂਡੇਟਾ ਕਰਕੇ ਇੱਕ ਆਪੋਜੀਸ਼ਨ ਪਾਰਟੀ ਦੇ ਲੀਡਰ ਤੇ ਕੇਸ ਦਰਜ ਕਰਕੇ ਤੁਸੀਂ ਉਹਨੂੰ ਐਜ਼ ਸਬਸਟੀਟਿਊਟ ਪ੍ਰੈਜ਼ੈਂਟ ਕਰ ਦੋਗੇ ਫॉर ਵਰਕ। ਗੌਰਵ ਜੀ, ਇਹਨਾਂ ਦੇ ਫੇਲਿਅਰ ਹੈ, ਇੱਕ ਤੋਂ ਬਾਅਦ ਇੱਕ ਫੇਲਿਅਰ, ਇੱਕ ਤੋਂ ਬਾਅਦ ਇੱਕ ਬਲੰਡਰ, ਵਾਦਾ ਕੋਈ ਡਿਲੀਵਰ ਹੋਇਆ ਨਹੀਂ। ਤੇ ਤਾਂ ਕਰਕੇ ਨਾ ਇਹ ਜਾਂ ਐਕਸ਼ਨ ਇਨੀਸ਼ੀਏਟ ਕਰਕੇ ਉਹ ਕਹਿ ਰਹੇ ਕਿ ਨਸ਼ੇ ਦੇ ਖਿਲਾਫ ਐਕਸ਼ਨ ਹੈ। ਹੁਣ ਮੈਂ ਨਸ਼ੇ ਤੇ ਆਉਣਾ ਹੈ ਕਿ ਇਹ ਜੇ ਐਕਸ਼ਨ ਕਹਿੰਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ੇ ਦੇ ਖਿਲਾਫ ਹੈ, ਇਹਨਾਂ ਨੂੰ ਪੁੱਛੋ ਵੀ ਐਨਸੀਆਰਬੀ ਦੀ ਰਿਪੋਰਟ ਕਿਉਂ ਕਹਿੰਦੀ ਹੈ ਐਨਡੀਪੀਐਸ ਰਿਲੇਟਡ ਕ੍ਰਾਈਮ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਕਿਉਂ ਹੋਇਆ? ਕਿਉਂ 3 ਸੀਲਡ ਰਿਪੋਰਟਾਂ ਖੁੱਲਣ ਦੇ ਬਾਵਜੂਦ ਸਾਰੇ ਮੁਲਜ਼ਮਾਂ ਖਿਲਾਫ ਐਕਸ਼ਨ ਨਹੀਂ ਹੋਇਆ? ਕਿਉਂ ਗਵਰਨਰ ਸਾਹਿਬ ਤਾਂ 4 ਵਾਰੀ ਜਾਏ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਜਾਇਜ਼ਾ ਲੈ ਕੇ ਐਕਸ਼ਨ ਆਰਡਰ ਕਰਦਾ ਨਸ਼ੇ ਦੇ ਮੁੱਦੇ ਤੇ? ਸੀਐਮ ਭਗਵੰਤ ਮਾਨ ਸਾਹਿਬ ਇੱਕ ਵਾਰੀ ਵੀ ਬੀਜੇਪੀ ਦੇ ਤਰਕ ਨਾਲ ਇਤਫਾਕ ਨਹੀਂ ਰੱਖਦੇ, ਕਹਿੰਦੇ ਕੋਰਟ ਦੇ ਵਿੱਚ ਗਿਆ, 2 ਦਿਨ ਦਾ ਰਿਮਾਂਡ ਕੋਰਟ ਦੇ ਵੱਲੋਂ ਦਿੱਤਾ ਗਿਆ, ਤਾਂ ਕਹਿੰਦੇ ਕਿ ਅੱਗੇ ਜਿਹੜੀਆਂ ਪ੍ਰੋਸੀਡਿੰਗਸ ਹੈ ਹੋ ਲੈਣ ਤੋਂ ਪਤਾ ਲੱਗ ਜਾਏਗਾ ਕਿ ਆਖਿਰ ਕੀ ਹੈ। ਮੈਂ ਦੱਸਦਾ ਮਤਲਬ ਤੁਸੀਂ ਕਹਿ ਰਹੇ ਹੋ ਕਿ ਬਹੁਤ ਵੀਕ ਕੇਸ ਹੈ ਜਾਂ ਫਿਰ ਕੇਸ ਹੈ ਹੀ ਨਹੀਂ, ਤਾਂ ਫਿਰ ਅਦਾਲਤ ਤਾਂ ਉਸ ਨੂੰ ਡਿਸਮਿਸ ਵੀ ਕਰ ਸਕਦੀ ਹੈ ਕਿ ਨਹੀਂ ਕੋਈ ਕੇਸ ਨਹੀਂ ਹੈ, ਛੱਡ ਦਿਓ ਇਹਨਾਂ ਨੂੰ। ਬਿਲਕੁਲ ਹੋਊਗਾ ਵੀ। ਤੁਸੀਂ ਦੇਖੋਗੇ ਵੀ ਪਹਿਲਾਂ ਤੇਜਿੰਦਰ ਬੱਗਾ ਦੇ ਕੇਸ 'ਚ ਕੁਛ ਹੋਇਆ, ਉਹ ਤੋਂ ਬਾਅਦ ਕੁਮਾਰ ਵਿਸ਼ਵਾਸ ਦੇ ਕੇਸ ਦੇ ਵਿੱਚ ਐਨਡੀਪੀਐਸ ਸਰ, ਐਨਡੀਪੀਐਸ ਸਰ ਮੈਂ ਉੱਥੇ ਆ ਰਿਹਾ ਸਰ, ਹਰੇਕ ਗੱਲ ਤੇ ਆਉਂਗਾ ਮੈਂ ਕਿ 2 ਪਰਚੇ ਆਲਰੇਡੀ ਆਨਰੇਬਲ ਹਾਈ ਕੋਰਟ ਨੇ ਕੁਐਸ਼ ਕਰਤੇ ਜਿਹੜੇ ਪੋਲੀਟੀਕਲ ਵੈਂਡੇਟਾ ਦੇ ਤਹਿਤ ਕੀਤੇ ਸੀਗੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ। ਜਿੱਥੋਂ ਤੱਕ ਨਸ਼ੇ ਦਾ ਮਸਲਾ ਹੈ, ਮੈਂ ਇਹਨਾਂ ਨੂੰ ਪੁੱਛਿਆ ਗਰਾਊਂਡ ਆਫ ਅਰੈਸਟ, ਕੋਈ ਜਵਾਬ ਨਹੀਂ। ਮੈਂ ਪੁੱਛਿਆ ਐਵੀਡੈਂਸ ਕੀ ਹੈ ਜਿਹਦੇ ਬੇਸਿਸ ਤੇ ਅਰੈਸਟ ਕੀਤਾ ਹੈ, ਕੋਈ ਜਵਾਬ ਨਹੀਂ। ਮੈਂ ਪੁੱਛਿਆ ਪ੍ਰੋਸੀਜਰ ਸਹੀ ਫੋਲੋ ਹੋਇਆ? ਇੱਕ ਉੱਥੇ ਪੁਲਿਸ ਵਾਲੇ ਸਿਵਲ ਦੇ ਵਿੱਚ ਸੀਗੇ ਔਨ ਡਿਊਟੀ, ਇਜ਼ ਇਟ ਪੋਸੀਬਲ? ਤੇ ਜਿਹੜੀ ਇਤਲਾਹ ਦੇਣੀ ਹੁੰਦੀ ਹੈ
ਕੰਸਰਨਡ ਪੁਲਿਸ ਸਟੇਸ਼ਨ ਨੂੰ ਕੀ ਦਿੱਤੀ ਹੈ, ਕਿਉਂਕਿ ਬਾਹਰੋਂ ਆਇਆ ਯੂਟੀ ਦੇ ਵਿੱਚ, ਉਹ ਵੀ ਨਹੀਂ ਪ੍ਰੋਸੀਜਰ ਫੋਲੋ ਹੋਇਆ। ਅਗਲੀ ਗੱਲ ਗੌਰਵ ਜੀ, ਜ਼ਰੂਰੀ ਗੱਲ ਇਹ ਹੈ ਕਿ ਜੇ ਵਾਕਈ ਐਕਸ਼ਨ ਕਰਨਾ ਹੁੰਦਾ ਨਾ ਨਸ਼ੇ ਦੇ ਮੁੱਦਿਆਂ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਦੇ ਵਿੱਚ ਇੰਨੇ ਇਨਸੀਡੈਂਟਸ ਨਾ ਹੁੰਦੇ, ਨਾਲੇ ਤਾਂ ਡਰੱਗ ਦੇ ਨਾਲੇ ਲਾਅ ਐਂਡ ਆਰਡਰ ਦੇ। ਤੀਜਾ ਜਵਾਬ ਰੱਖਿਓ ਸਰ, ਜ਼ਰੂਰੀ ਪੁਆਇੰਟ ਹੈ ਮੇਰਾ, ਟਾਈਮ ਬਹੁਤ ਜਿਹੜੀ ਪੁਲਿਸ ਐਕਸੈਸਿਸ ਹੈ, ਦੇਖੋ ਪੁਲਿਸ ਐਕਸੈਸਿਸ ਇੰਨੀਆਂ ਵੱਧ ਗਈਆਂ। ਪਹਿਲਾਂ ਵਕੀਲ ਦੇ ਨਾਲ ਹੋਇਆ ਧੱਕਾ, ਉਦੋਂ ਪਹਿਲਾਂ ਕਿਸਾਨਾਂ ਦੇ ਨਾਲ ਹੋਇਆ ਸੀਗਾ, ਉਦੋਂ ਪਹਿਲਾਂ ਟੀਚਰਾਂ ਦੇ ਨਾਲ ਹੋਇਆ ਸੀਗਾ, ਹੁਣ ਆਪੋਜੀਸ਼ਨ ਦੇ ਲੀਡਰ ਦੇ ਨਾਲ ਹੋ ਰਿਹਾ ਤੇ ਅਗਲੀ ਵਾਰੀ ਕਿਸੇ ਹੋਰ ਦੀ ਵੀ ਹੋ ਸਕਦੀ ਹੈ। ਸੋ ਸਾਰੀ ਆਪੋਜੀਸ਼ਨ ਨੂੰ ਇਹਦੇ ਖਿਲਾਫ ਇੱਕਜੁੱਟ ਹੋ ਕੇ ਦਾ ਵਿਰੋਧ ਕਰਨਾ ਚਾਹੀਦਾ। ਤੇ ਮੈਂ ਗੌਰਵ ਜੀ ਇਹਨਾਂ ਨੂੰ ਇੱਕ ਗੱਲ ਕਹੂੰਗਾ, ਤੁਹਾਨੂੰ ਬੀਜੇਪੀ ਦਾ ਲੱਗ ਨਹੀਂ ਰਿਹਾ ਫਿਲਹਾਲ ਕੋਈ ਸਾਥ ਹੈ। ਦੇਖੋ ਗੱਲ ਇਨਫੈਕਟ ਜਾਖੜ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਤੁਹਾਡੇ ਪਾਰਟੀ ਦੇ ਅੰਦਰ ਕੁਝ ਲੋਕਾਂ ਨੇ ਜਸ਼ਨ ਮਨਾਇਆ ਖਹਿਰੇ ਦੇ ਖਿਲਾਫ ਐਕਸ਼ਨ ਹੋਣ ਤੋਂ ਬਾਅਦ। ਦੇਖੋ ਜਾਖੜ ਸਾਹਿਬ ਆਪਦੀ ਪਾਰਟੀ ਦਾ ਕਾਈਂਡਲੀ ਦੇਖ ਲੈਣ, ਉਹ ਤਾਂ ਦੋ ਜੁੱਟ ਹੋਈ ਪਈ ਹੈ, ਉੱਥੇ ਪਾੜ ਪਿਆ ਹੋਇਆ ਹੈ ਤੇ ਜਿਹੜੇ ਬੀਜੇਪੀ ਦੇ ਲੀਡਰਸ ਆ ਪੁਰਾਣੇ ਟਕਸਾਲੀ, ਉਹਨਾਂ ਦੀ ਮਤ ਨਹੀਂ ਰਲ ਰਹੀ ਹੈ ਨਵੇਂ ਲੀਡਰਸ ਦੇ ਨਾਲ, ਕਿਉਂਕਿ ਚਾਰ ਵਾਈਸ ਪ੍ਰੈਜ਼ੀਡੈਂਟ ਫਾਰਮਰ ਕਾਂਗਰਸ ਪ੍ਰਧਾਨ, ਫਾਰਮਰ ਕਾਂਗਰਸ ਤੇ ਹੋਰ ਕਿੰਨੇ ਲੀਡਰਸ। ਆਪਾਂ ਹੋਰ ਪਾਸੇ ਨਾ ਚਲੇ ਜਾਈਏ, ਮੈਂ ਉਹੀ ਕਹਿ ਰਿਹਾ। ਜਵਾਬ ਹੈ ਕਿਉਂਕਿ ਤੁਸੀਂ ਜਾਖੜ ਸਾਹਿਬ ਨੂੰ ਲੈ ਕੇ ਆਏ, ਮੈਂ ਇਹਨਾਂ ਨੂੰ ਇੱਕ ਚੀਜ਼ ਪੁੱਛਣੀ ਹੈ ਵੀ ਜਦੋਂ ਆਪਣਾ ਸਿਟ ਇਨਵੈਸਟੀਗੇਟ ਕਰ ਰਹੀ ਹੈ ਤੇ ਮੀਡੀਆ ਬਰੀਫਿੰਗ ਤਾਂ ਪੁਲਿਸ ਦਾ ਡੋਮੇਨ ਹੈ, ਆਮ ਆਦਮੀ ਪਾਰਟੀ ਦੇ ਬੁਲਾਰੇ ਉਹਨੂੰ ਕਿਵੇਂ ਕਰ ਰਹੇ? ਤੇ ਇਹਨਾਂ ਨੇ ਗੱਲ ਕਹੀ ਕਿ ਟ੍ਰਾਇਲ ਜਿਹੜਾ ਹੈਗਾ ਨਾ ਉਹ ਜੀ ਖਤਮ ਨਹੀਂ ਹੋਇਆ ਸੀਗਾ, ਠੀਕ ਹੈ। ਚਲੋ ਮੈਨੂੰ ਜਵਾਬ ਲੈਣ ਤੋਂ ਮੇਰੇ ਹੱਥ ਦੇ ਵਿੱਚ ਕੁਝ ਇਨਫੈਕਟ ਅਸੀਂ ਗ੍ਰਾਫਿਕਸ ਦੇ ਜ਼ਰੀਏ ਵੀ ਦਿਖਾ ਰਹੇ, ਮੈਂ ਉਸ ਦੇ ਉੱਪਰ ਵੀ ਜਵਾਬ ਲੈਣਾ। ਜਦੋਂ ਗੌਰਵ ਜੀ ਕਨਵਿਕਸ਼ਨ ਹੋਗੀ, ਖਤਮ ਨਹੀਂ ਹੋਗਾ ਕੇਸ, until and unless there is no appeal in it, case is done and dusted way। ਨਹੀਂ, ਤਰਕ ਇਹ ਵੀ ਹੈ ਨਾ ਖੜਿਆਲ ਸਾਹਿਬ, ਤਰਕ ਇਹ ਹੈ ਕਿ ਉਸ ਜਜਮੈਂਟ ਦੇ ਵਿੱਚ ਜਾਂ ਅਦਾਲਤ ਨੇ ਕਿਹਾ ਕਿ ਤੁਸੀਂ ਅੱਗੇ ਫਰਦਰ ਜਾਂਚ ਕਰ ਸਕਦੇ ਹੋ। ਮੈਂ ਦੱਸਦਾ ਇੱਕ ਪੂਰਾ ਜਿਹੜਾ ਪੈਰਾਗ੍ਰਾਫ ਹੈ ਉਸਦਾ, ਉਹ ਵੀ ਵਾਇਰਲ ਹੁੰਦਾ ਹੋਇਆ ਆਪਾਂ ਉਹਦੇ ਹਿਸਾਬ ਨਾਲ ਚੱਲਦੇ ਹਾਂ। ਸੁਪਰੀਮ ਕੋਰਟ ਨੇ ਜਦੋਂ ਆਰਡਰ ਸਟੇ ਕੀਤਾ, ਲਿਖਤਾ ਵੀ ਇਨਵੈਸਟੀਗੇਸ਼ਨ ਕਰ ਸਕਦੇ ਹੋ। ਹੁਣ ਇਹ ਤਾਂ ਦੱਸ ਦੇਣ ਵੀ ਸਪਲੀਮੈਂਟਰੀ ਚਲਾਨ ਪੇਸ਼ ਕਰਨਗੇ। ਠੀਕ ਹੈ, ਉਹ ਜਵਾਬ ਲੈ ਲਓ, ਸਮਾਂ ਬਹੁਤ ਜੀ। ਸੰਗੇੜਾ ਸਾਹਿਬ ਦੇਖੋ ਨਸ਼ੇ ਦੇ ਗੌਰਵ ਜੀ, ਚਲੋ ਠੀਕ ਹੈ, ਤੁਸੀਂ ਜਵਾਬ ਰੱਖੋ। ਗੌਰਵ ਜੀ ਗੱਲ ਸੁਣੋ, ਦਿਸ ਇਜ਼ ਇਨਜਸਟਿਸ। 3 ਬੁਲਾਰਿਆਂ ਦੇ ਮੈਂ ਜਵਾਬ ਦੇਣੇ ਆ, ਮੈਨੂੰ ਇੰਨਾ ਥੋੜਾ ਟਾਈਮ ਦਿੰਦੇ ਹੋ ਤੁਸੀਂ। ਇਹ ਖੜਿਆਲ ਸਾਹਿਬ ਨੇ ਕਿਸੇ ਗੱਲ ਦਾ ਜਵਾਬ ਨਹੀਂ ਦਿੱਤਾ, ਇੱਕ ਵੀ ਗੱਲ ਦਾ ਜਵਾਬ ਨਹੀਂ ਦਿੱਤਾ ਖੜਿਆਲ ਸਾਹਿਬ ਨੇ। ਇਹ ਸਿਰਫ ਸਵਾਲਾਂ ਦੀ ਲੜੀ ਕਰੀ ਜਾਂਦੇ ਆ, ਚਲਾਨ ਕਿੱਦਾਂ ਪੇਸ਼ ਹੋਊਗਾ, ਜੇ ਇਸ ਤਰ੍ਹਾਂ ਹੋ ਗਿਆ ਫਿਰ ਕੀ ਹੋਊਗਾ। ਇੱਕ ਲੈਕਚਰ ਦੇ ਰਹੇ ਨੇ, ਇਹ ਕੋਈ ਕੋਰਟ ਰੂਮ ਥੋੜੀ ਹੈ ਜਿੱਥੇ ਬਹਿਸ ਹੋ ਰਹੀ ਆ। ਨਹੀਂ, ਮੇਰੀ ਗੱਲ ਸੁਣੋ, ਨਹੀਂ ਪਰਸਨਲੀ ਮੈਂ ਕਰ ਰਿਹਾ, ਖੜਿਆਲ ਸਾਹਿਬ ਨੇ ਮੈਂ ਪਰਸਨਲੀ ਕਰ ਰਿਹਾ। ਮੱਛੀ ਮਾਰਕੀਟ ਵੀ ਨਹੀਂ ਹੈ। ਨਹੀਂ, ਤੁਹਾਡਾ ਇਹ ਬੋਲਣ ਦਾ ਤਰੀਕਾ, ਹੁਣ ਤੁਸੀਂ ਫੇਰ ਮੇਰੇ ਵਿੱਚ ਬੋਲ ਰਹੇ ਹੋ। ਮੈਂ ਇੱਕ ਗੱਲ ਕਹਿਣਾ, ਦੇਖੋ ਕਿੰਨਾ ਝੂਠ ਬੋਲੀ ਜਾ ਰਹੇ ਨੇ ਖੜਿਆਲ ਸਾਹਿਬ। ਇੱਕ ਕੇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼ੁਰੂ ਨਹੀਂ ਕੀਤਾ। ਆਮ ਆਦਮੀ ਪਾਰਟੀ ਜਸਟਿਸ ਕਰ ਰਹੀ ਹੈ, ਸਰਕਾਰ ਜਿਹੜੀ ਜਸਟਿਸ ਕਰ ਰਹੀ ਹੈ, ਗਰੰਟੀਆਂ ਦੇ ਕੇ ਆਈ ਹੈ ਆਮ ਆਦਮੀ ਪਾਰਟੀ ਦੀ ਸਰਕਾਰ। ਲੋਕਾਂ ਨੇ 92 ਐਮਐਲਏ ਦਿੱਤੇ ਆ, ਅਸੀਂ ਉਹ ਵਾਅਦੇ ਪੂਰੇ ਕਰ ਰਹੇ ਹਾਂ। ਜ਼ੀਰੋ ਟੋਲਰੈਂਸ ਅਗੇਂਸਟ ਡਰੱਗ ਤਸਕਰੀ, ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਵਾਦ, ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ। ਔਰ ਮੈਂ ਇਹਨਾਂ ਨੂੰ ਖੜਿਆਲ ਸਾਹਿਬ ਨੂੰ ਦੁਬਾਰਾ ਦੱਸਣਾ ਚਾਹੁੰਦਾ ਆ, ਉਸ ਕੇਸ ਦੇ ਵਿੱਚ ਨਾਲ ਦੀਪਾ ਸਾਹਿਬ ਦਾ ਵੀ ਜਿਹੜਾ ਜਵਾਬ ਆ ਜਾਏਗਾ ਸਵਾਲ ਦਾ, ਜਿਹੜਾ ਸ਼ਾਇਦ ਬੀਜੇਪੀ ਵੱਲੋਂ ਆਇਆ ਸੀਗਾ, ਕਿ ਉਸ ਵੇਲੇ ਜਦੋਂ ਖਹਿਰਾ ਸਾਹਿਬ ਸਾਡੀ ਪਾਰਟੀ ਚ ਆਇਆ, ਉਦੋਂ ਅਜੇ ਕ੍ਰੌਪ ਅਪ ਨਹੀਂ ਸੀ ਹੋਇਆ ਕੇਸ। ਇਹ ਕੇਸ ਇਨੀਸ਼ੀਏਟ ਹੋਇਆ ਅਦਾਲਤ ਵਿੱਚੋਂ ਜਦੋਂ ਉਹ ਐਲਓਪੀ ਸੀਗੇ, ਔਰ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆਈ, ਦੂਜੀ ਸਰਕਾਰ 15 ਚ ਸ਼ੁਰੂ ਹੋਇਆ, ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਵੇਲੇ, ਤੇ 17 ਦੇ ਵਿੱਚ ਜਦੋਂ ਫੈਸਲਾ ਆਇਆ ਉਹਦਾ 15 ਵਾਲੇ ਕੇਸ ਦਾ, ਉਸ ਵੇਲੇ ਜੱਜ ਸਾਹਿਬ ਨੇ ਸਾਰਾ ਮੈਂਸ਼ਨ ਕੀਤਾ। ਉਹਦੇ ਟ੍ਰਾਇਲ ਦੌਰਾਨ ਇਹਨਾਂ ਦਾ ਨਾਂ ਚੱਲਦਾ ਸੀ, ਸਾਨੂੰ ਥੋੜੀ ਪਤਾ ਸੀ ਕਿ ਉੱਥੇ ਇਹਨਾਂ ਦਾ ਨਾਂ ਵੀ ਵੱਜਦਾ, ਕੱਲ ਨੂੰ ਇਦਾਂ ਹੋ ਜਾਣਾ। ਉਹ ਜਦੋਂ ਅਸੀਂ ਇਹਨਾਂ ਨੂੰ ਲਿਆ, ਤੁਹਾਡੀਆਂ ਵਿਰੋਧੀ ਪਾਰਟੀਆਂ ਨੂੰ ਪੋਲੀਟੀਕਲ ਵੈਂਡੇਟਾ ਲੱਗ ਰਿਹਾ। ਇਨਫੈਕਟ ਅਕਾਲੀ ਦਲ ਕਹਿ ਰਹੇ ਕਿ ਪਰਸਨਲੀ ਤੌਰ ਤੇ ਵੈਂਡੇਟਾ ਕਰ, ਉਸ ਵੇਲੇ ਜੋ ਇਨਫੋਰਮੇਸ਼ਨ ਸੀ ਅਸੀਂ ਕੀਤਾ ਜੀ, ਤੇ ਉਸ ਤੋਂ ਬਾਅਦ ਫਿਰ ਕਾਂਗਰਸ ਪਾਰਟੀ ਨੇ ਕੇਸ ਇਨੀਸ਼ੀਏਟ ਕੀਤਾ, ਔਰ ਉਸ ਤੋਂ ਬਾਅਦ ਉਦੋਂ ਦਾ ਕੇਸ ਚੱਲ ਰਿਹਾ ਆ। ਤੇ ਮੈਂ ਖੜਿਆਲ ਸਾਹਿਬ ਨੂੰ ਪੁੱਛਿਆ ਸੀਗਾ ਭਈ ਕਾਹਦੇ ਲਈ ਪਾਸਪੋਰਟ ਮੰਗ ਰਿਹਾ ਸੀ, ਜਾਂ ਕਹਿ ਰਿਹਾ ਸੀ ਵੀ ਮੈਨੂੰ ਪਰਮਿਸ਼ਨ ਦੇ ਦਿਓ ਬਾਹਰ ਜਾਣ ਲਈ, ਉਹ ਖਾ ਗਏ। ਸਵਾਲ ਦਾ ਜਵਾਬ ਹੀ ਨਹੀਂ ਦਿੱਤਾ। ਚਲੋ ਮੈਂ ਪੁੱਛਦਾ ਨਾ ਤੁਹਾਨੂੰ, ਨਹੀਂ ਸੰਗੇੜਾ ਸਾਹਿਬ ਤੁਸੀਂ ਇਹ ਕਹਿ ਰਹੇ, ਨਹੀਂ ਗੌਰਵ ਜੀ ਮੈਨੂੰ ਥੋੜੀ ਸਫੀਸ਼ੀਐਂਟ ਟਾਈਮ ਦਿਓ। ਨਹੀਂ ਸਫੀਸ਼ੀਐਂਟ, ਮੈਂ ਉਹੀ ਸਵਾਲ ਪੁੱਛ ਰਿਹਾ ਜੀ। ਜਦੋਂ ਕੋਈ ਕਤਲ ਹੋ ਜਵੇ, ਕੋਈ ਬਲਾਈਂਡ ਮਰਡਰ ਹੋਵੇ ਜਿਹਦਾ ਕੋਈ ਥੋ ਪਤਾ ਨਹੀਂ ਲੱਗੇ, ਅਲੱਗ ਚੀਜ਼ ਹੈ। ਜਦੋਂ ਕੋਈ ਹਿਊਮਨ ਬੀਇੰਗ ਦਾ ਮਰਡਰ ਹੋ ਜਵੇ, ਭਾਵੇਂ ਉਹ ਗਰੀਬ ਹੋਵੇ ਚਾਹੇ ਅਮੀਰ ਹੋਵੇ, ਉਹ ਨੰਬਰ 2 ਜੋ ਜਿੱਦਾਂ ਦਾ ਇੰਡੀਆ ਦਾ ਲਾਅ ਹੈ, ਜਾਂ ਡਰੱਗ ਤਸਕਰੀ ਦੇ ਕੇਸ, ਇਹ ਕੇਸ ਖਹਿੜਾ ਨਹੀਂ ਛੱਡਦੇ ਹੁੰਦੇ, ਭਾਵੇਂ ਕੋਈ ਵੱਡਾ ਹੋਵੇ ਭਾਵੇਂ ਛੋਟਾ ਹੋਵੇ, ਜਿੰਨਾ ਮਰਜ਼ੀ ਸੰਭਾਲੀ ਜਾਵੇ।
ਉਹਦੇ ਵਿੱਚ ਦੇਖੋ ਇਹ ਟ੍ਰਾਇਲ ਕੋਰਟ ਨਹੀਂ ਹੈ। ਠੀਕ ਹੈ, ਮੈਨੂੰ ਲੱਗਦਾ ਤੁਸੀਂ ਆਪਣਾ ਜਵਾਬ ਦਿੱਤਾ ਹੈ। ਮੈਂ ਇਸੇ ਕਰਕੇ ਰਿਕੁਐਸਟ ਕਰ ਰਿਹਾ ਕਿ ਥੋੜਾ ਛੋਟਾ ਜਵਾਬ ਰੱਖੋ ਸੰਘੇੜਾ ਸਾਹਿਬ। ਮੈਂ ਤਾਂ ਹੀ ਤੁਹਾਡੇ ਕੋਲ ਵਾਰ-ਵਾਰ ਆ ਪਾਉਂਗਾ ਜੀ, ਹਾਂਜੀ ਮੈਂ ਤਾਂ ਹੀ ਤੁਹਾਡੇ ਕੋਲ ਵਾਰ-ਵਾਰ ਆ ਪਾਉਂਗਾ। ਸਾਰੇ ਨੇ ਤੁਹਾਡੇ ਤੋਂ ਹੀ ਸਵਾਲ ਪੁੱਛਣੇ ਜਾਂ ਫਿਰ ਕਾਂਗਰਸ ਨੂੰ ਪੁੱਛਣੇ। ਦੀਪਾ ਜੀ ਕੁਝ ਕਹਿਣਾ ਚਾਹ ਰਹੇ ਨੇ। ਦੀਪਾ ਜੀ ਮੈਂ ਜਿਹੜੀ ਗੱਲ ਕਰਨੀ ਹੈ ਜੀ ਕਿ ਵੇਖੋ ਇਹ ਗੱਲ ਬੜੀ ਸਾਰੇ ਹੀ ਕਹਿ ਰਿਹਾ ਕਿ ਜੀ ਅਕਾਲੀ ਦਲ ਬੀਜੇਪੀ ਦੀ ਜਿਹੜੀ ਸਰਕਾਰ ਸੀ 2015 ਚ ਉਦੋਂ ਕੇਸ ਰਜਿਸਟਰ ਹੋਇਆ ਸੀ ਜੀ। ਸਾਡੇ ਤੇ ਬੜੇ ਇਲਜ਼ਾਮ ਲੱਗੇ ਕਿ ਜੀ ਪਤਾ ਨਹੀਂ ਕਿੰਨੇ ਨਸ਼ਿਆਂ ਦੇ ਮਾਫੀਆ ਨੂੰ ਅਸੀਂ ਪਾਲਦੇ ਸੀ, ਕੀ ਕਰਦੇ ਆ ਸਾਡੇ ਲੀਡਰ ਸਾਡੇ ਮੰਤਰੀ, ਉਹਨਾਂ ਦੇ ਕੀ ਰਿਲੇਸ਼ਨ ਆ। ਬੜੇ ਬੜੇ ਇਲਜ਼ਾਮ ਕੀਤੇ ਔਰ ਵਾਕਈ ਇੱਕ ਪਰਸੈਪਸ਼ਨ ਬਣਾਤੀ ਜਿੰਦਾ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਹੋਇਆ। ਪਰ 2015 ਦੇ ਵਿੱਚ ਇਹ ਕੇਸ ਰਜਿਸਟਰ ਕਰਨਾ, ਜਿਹੜਾ ਵੀ ਗੁਰਦੇਵ ਸਿੰਘ ਤੇ ਅਦਰ ਉਹਨਾਂ ਨੂੰ 3 ਸਾਲ ਤੋਂ ਲੈ ਕੇ 20 ਸਾਲ ਦੀ ਕੈਦ ਹੋਣੀ ਔਰ ਜਦੋਂ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਉਹਦੀ ਜਿਹੜੀ ਵੀ ਕਾਲ ਡਿਟੇਲ ਕੱਢੀ ਜਾਂਦੀ ਹੈ ਕਿੰਦੇ ਨਾਲ ਉਹਦੀਆਂ ਗੱਲਾਂ ਹੋਈਆਂ, ਉੱਥੇ ਸੁਖਪਾਲ ਸਿੰਘ ਖਹਿਰੇ ਦਾ ਨਾਂ ਨਾ ਤੇ ਉਹਨਾਂ ਨੂੰ ਉਸ ਤਰ੍ਹਾਂ ਦਾ ਬੁਲਾਇਆ ਜਾਣਾ। ਪਰ ਇਹ ਗੱਲ ਹੈ ਕਿ ਤੁਸੀਂ ਪੋਲੀਟੀਕਲ ਵੈਂਡੇਟਾ ਕਿਉਂ ਕਹਿ ਰਹੇ ਹੋ? ਜੋ ਤੁਸੀਂ ਖੁਦ ਕਹਿ ਰਹੇ ਹੋ ਸੁਖਪਾਲ ਖਹਿਰਾ ਦਾ ਨਾਮ ਆਣਾ, ਕਾਲ ਡਿਟੇਲਸ ਦਾ ਹੋਣਾ, ਫਿਰ ਤੁਹਾਨੂੰ ਪੋਲੀਟੀਕਲ ਵੈਂਡੇਟਾ ਕਿਉਂ ਲੱਗ ਰਿਹਾ? ਭਾਈ 2015 ਦੀ ਗੱਲ ਸੀ, ਉਦੋਂ ਤਾਂ ਇੱਕ ਵਾਰੀ ਬੁਲਾ ਲਿਆ, ਉਹਨਾਂ ਦੀ ਪ੍ਰੋਸੀਕਿਊਸ਼ਨ ਹੋ ਗਈ, ਹਾਈ ਕੋਰਟ ਚ ਹੋ ਗਿਆ, ਸੁਪਰੀਮ ਕੋਰਟ ਚ ਹੋ ਗਿਆ, ਸਾਰਾ ਕੁਝ ਹੋ ਕੇ ਉਹਨਾਂ ਨੂੰ ਬੇਲ ਹੋ ਗਈ। ਜਿਹੜਿਆਂ ਨੂੰ ਸਜ਼ਾ ਹੋਣੀ ਸੀ ਉਹਨਾਂ ਨੂੰ ਹੋ ਗਈ, ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲੀ। ਜਦੋਂ ਦੂਜਿਆਂ ਨੂੰ ਸਜ਼ਾ ਮਿਲ ਰਹੀ ਹੈ, ਜੇ ਕਲਪ੍ਰਿਟ ਹੁੰਦੇ ਤਾਂ ਇਹਨਾਂ ਨੂੰ ਸਜ਼ਾ ਨਾਲ ਹੁੰਦੀ। ਫਿਰ ਤੁਸੀਂ ਕਲੀਨ ਚਿਟ ਦੇ ਰਹੇ ਹੋ ਮਤਲਬ ਸੁਖਪਾਲ ਖਹਿਰਾ? ਹਾਂ ਯੈਸ, ਅੱਜ ਇੰਨੇ ਸਾਲਾਂ ਬਾਅਦ ਲੱਗਦਾ ਨਹੀਂ ਕਿ ਇਹ ਸੁਖਪਾਲ ਸਿੰਘ ਖਹਿਰਾ ਤੇ ਕੋਈ ਉਹ ਗੱਲ ਹੈ। ਜਵਾਬ ਲਓ ਸਰ ਛੋਟਾ ਜਿਹਾ। ਪਰ ਬਾਕੀ ਦੀਪਾ ਜੀ ਇੱਕ ਟੈਕਨੀਕਲ ਗੱਲ ਹੈ, ਸ਼ਾਇਦ ਤੁਹਾਨੂੰ ਉਹਦਾ ਨਾਮ ਪਤਾ ਹੋਵੇ। ਇਹਨਾਂ ਦਾ ਨਾਮ ਜਦ ਨਹੀਂ ਸੀ ਕੀਤਾ ਉਸ ਕੇਸ ਦੇ ਵਿੱਚ, ਇਹਨਾਂ ਦੇ ਟ੍ਰਾਇਲ ਨਹੀਂ ਹੋਏ। ਜੱਜ ਨੇ ਇਹੀ ਕਿਹਾ ਹੈ ਨਾ ਕਿ ਬਾਕੀ ਗਵਾਹਾਂ ਦੇ ਕਰਕੇ ਇਹਨਾਂ ਦਾ ਨਾਮ, ਇਹਨਾਂ ਦੇ ਵੀ ਟ੍ਰਾਇਲ ਕਰੋ। 2017 ਚੋਂ ਗੱਲ ਆ ਗਈ। ਹਾਂਜੀ 6 ਸਾਲ ਹੋ ਗਏ ਪਹਿਲਾਂ ਇਹਨਾਂ ਦਾ ਨਾਮ 6 ਸਾਲ ਹੋ ਗਏ, ਉਹਨੂੰ ਵੀ 6 ਸਾਲ, ਉਸ ਤੋਂ ਬਾਅਦ ਹਾਈ ਕੋਰਟ 'ਚ ਬੇਲ ਹੋ ਗਈ, ਸੁਪਰੀਮ ਕੋਰਟ 'ਚ ਹੋ ਗਈ। ਅਪੀਲਾਂ 'ਚ ਟਾਈਮ ਲੱਗਿਆ ਨਾ, ਅਪੀਲਾਂ 'ਚ ਸਟੇ ਸੀਗਾ, ਅਪੀਲਾਂ 'ਚ ਟਾਈਮ ਲੱਗਿਆ। ਇਸ ਕਰਕੇ ਸਮਨ ਕੁਐਸ਼ ਹੋਏ ਨੇ ਸੁਪਰੀਮ ਕੋਰਟ ਤੋਂ, ਸਮਨਿੰਗ ਕੁਐਸ਼ ਹੋਈ ਹੈ। ਖਹਿਰਾ ਸਾਹਿਬ ਨੇ ਸਮਨ ਦੇ ਖਿਲਾਫ ਇੱਕ ਗੌਰਵ ਜੀ ਜਿਹੜੀ ਦੂਜੀ ਗੱਲ ਕੋਰਟ ਕਰਕੇ ਡਿਲੇ ਹੋਈ ਹੈ। ਇੱਕ ਕਰਕੇ ਲੋਕਾਂ ਤੱਕ ਵਧੀਆ ਤਰੀਕੇ ਨਾਲ ਗੱਲ ਪਹੁੰਚ ਗਈ। ਦੀਪਾ ਜੀ ਕੋਰਟ ਕਰਕੇ ਡਿਲੇ ਹੋਈ। ਸੰਘੇੜਾ ਜੀ ਜਿਹੜਾ ਵਾਰ-ਵਾਰ ਕਹਿ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ, ਭਗਵੰਤ ਮਾਨ ਦੀ ਸਰਕਾਰ ਦਾ ਜ਼ੀਰੋ ਟੋਲਰੈਂਸ ਹੈ ਡਰੱਗਸ ਦੇ ਖਿਲਾਫ, ਨਸ਼ਿਆਂ ਦੇ ਖਿਲਾਫ, ਡਰੱਗਸ ਦੇ ਸਾਰਿਆਂ ਦੇ ਖਿਲਾਫ, ਜਿਹੜੀ ਕਰਪਸ਼ਨ ਹੈ ਉਹਦੇ ਖਿਲਾਫ, ਮਾਫੀਆ ਦੇ ਖਿਲਾਫ। ਇਹ ਹੁਣ 1.5 ਸਾਲ ਹੋ ਗਿਆ, ਹੁਣ ਤੇ ਗੱਲ ਨਾ ਕਰੋ। ਕੇਜਰੀਵਾਲ ਸਾਹਿਬ ਕਹਿੰਦੇ ਸੀ ਇਲੈਕਸ਼ਨ ਤੋਂ ਪਹਿਲਾਂ ਤੁਹਾਡੀਆਂ ਗੱਲਾਂ ਚੰਗੀਆਂ ਲੱਗਦੀਆਂ ਸੀ, ਲੋਕਾਂ ਨੇ ਵਿਸ਼ਵਾਸ ਕੀਤਾ, ਤੁਹਾਨੂੰ ਵੋਟਾਂ ਦਿੱਤੀਆਂ ਕਿ 4 ਹਫ਼ਤਿਆਂ ਦੇ ਵਿੱਚ ਜੇ ਇੱਛਾ ਸ਼ਕਤੀ ਹੋਵੇ ਨਸ਼ੇ ਖਤਮ ਕੀਤੇ ਜਾ ਸਕਦੇ ਆ। ਅੱਜ 1.5 ਸਾਲ ਹੋ ਗਏ, ਇਮਾਨਦਾਰੀ ਨਾਲ ਕਰੋ। ਜਵਾਬ ਲਓ ਸਰ, ਪਿੱਛੇ ਸਮਾਂ ਬਹੁਤ ਘੱਟ ਹੋਏਗਾ। ਇੱਕ ਮਿੰਟ, ਭਗਵੰਤ ਮਾਨ ਸਾਹਿਬ ਕਹਿੰਦੇ ਸੀ ਕਿ ਸਰਕਾਰਾਂ ਹੀ ਨਸ਼ਿਆਂ ਵਿਕਵਾਉਂਦੀਆਂ, ਲੋਕ ਵਿਸ਼ਵਾਸ ਵੀ ਕਰਦੇ ਸੀ ਕਿ ਸਰਕਾਰਾਂ ਕਰਦੀਆਂ। ਸਰਕਾਰ ਬਦਲ ਕੇ ਵੇਖ ਲਓ ਕਿ ਅੱਜ ਮੈਨੂੰ 2 ਚੀਜ਼ਾਂ ਦਾ ਜਵਾਬ ਦਿਓ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਹੋਇਆ। ਸਰਕਾਰ ਦੀ ਇੱਛਾ ਸ਼ਕਤੀ ਨਹੀਂ ਹੈ ਕਿ ਇਹ ਸਰਕਾਰ ਨਸ਼ੇ ਵਿਕਵਾ ਰਹੀ ਹੈ।